अकाल पुरख दे सिफत सलाह दे प्रोग्राम एक ओंकार विच आप जी का स्वागत है। साडे नाल मौजूद ने डॉक्टर जगमेल सिंह भाटूहा जेडे सीनियर पत्रकार ने ते नाल दे नाल कोआर्डीनेटर वजों भी हरि विजेश कल्चर फाउंडेशन के कोआर्डीनेटर वजों भी अपनी सेवावां निभा रहे हैं। डॉक्टर जगमेल सिंह तुहाडा एक ओंकार भी बहुत बहुत स्वागत है। वाहिगुरू जी का खालसा वाहिगुरू जी की फतेह। ते डॉक्टर साहब जिस तरह साडा अज विषय है गुरबाणी दा साहित्यिक पक्ष जी, ते ओदे विच जेकर असीं सब तो पहला साहित्य की परिभाषा तो शुरू करिए कि आखिर साहित्य है की? साहित्य जो है ये जीवन का रस है जिहड़ा कि हर युग दे विच मनुख नूं सभ्यक बनाउंदा आ रहा है ते मनुख नूं जिउण दा जो मनोरथ है वो दसदा आ रहा है। देखो हर युग दे विच जदों तो सृष्टि की रचना हुई है कोई ना कोई जिहड़ी विचारधारा है वो संसार दे विच चलदी आ रही है ते हर जिहड़ा मनुख है वो किसी ना किसी विचारधारा दे नाल जुड़िया हुंदा है। इस तो इलावा हर मनुख दे अंतर भाव हुंदे ने, ओहदे मन दे विच ओहदी आत्मा दे विच कुछ भाव चलदे ने जिहड़े भावां नूं प्रगट करना चाहुंदा है। सो भाषा की सिरजना तो पहला मनुख जो है वो सैनतां दे नाल इशारियां दे नाल अपने जिहड़े अंतर भाव सी वो प्रगट करता रहा, परंतु हौली हौली ज्यों ही भाषा का विकास हुंदा गया तां अज लगभग 5000 के करीब मनुख के पास अजिहियां भाषावां ने जिन्हां दे द्वारा वो अपने विचारां का आदान प्रदान करता है, अपने विचारां नूं दूजियां तक पहुंचाउंदा है। सो जदों ये जिहड़े अंतर भाव ने ये शाब्दिक जामा पहन लेंदे ने, शब्दां दे विच बन्ने जांदे ने, शब्दां दे विच बन्न के जिहड़ा मनुख है उन्हां नूं प्रगट करदा है, तां उदों ये सारी जिहड़ी मानव जाति है उसदी सांझी पूंजी बन जांदे ने ते आपां इन्हां नूं ਸਾਹਿਤ करके जानते हाँ। ਤੇ ਜੇਕਰ ਸਾਹਿਤ ਦੀ ਜੇਕਰ ਅਸੀਂ ਗੱਲ ਕਰ ਰਹੇ ਹਾਂ ਤਾਂ ਸਾਹਿਤਿਕ ਅਸੀਂ ਇਹ ਵੀ ਕਹਿ ਸਕਦੇ ਹਾਂ ਜਿਹੜਾ ਸਮਾਜ ਦਾ ਸ਼ੀਸ਼ੇ ਦੇ ਰੂਪ ਵਿੱਚ ਵੀ ਹੁੰਦਾ ਹੈ ਕਿ ਸਮਾਜ ਦਾ ਦਰਪਣ ਇਹਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਸਮਾਜ ਦੀ ਜਿਹੜੀ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਨੇ ਜਾਂ ਸਮਾਜ ਵਿੱਚ ਜਿਸ ਤਰ੍ਹਾਂ ਦੇ ਲੋਕ ਵਿਚਰ ਰਹੇ ਹੁੰਦੇ ਨੇ ਉਹਨਾਂ ਦਾ ਇੱਕ ਤਰ੍ਹਾਂ ਦਾ ਇੱਕ ਅਕਸ ਸਾਨੂੰ ਸਾਹਿਤ ਵਿੱਚ ਨਜ਼ਰ ਆਉਂਦਾ ਹੈ। ਬਿਲਕੁਲ ਬਿਲकुल ਜਿਵੇਂ ਆਪਨੇ ਸਾਹਿਤ ਦੀ ਪਰਿਭਾਸ਼ਾ ਦੀ ਗੱਲ ਕੀਤੀ ਹੈ ਤਾਂ ਬਹੁਤ ਸਾਰੇ ਜਿਹੜੇ ਵਿਚਾਰਵਾਨ ਹੋਏ ਨੇ ਵਿਦਵਾਨ ਹੋਏ ਨੇ ਉਹਨਾਂ ਨੇ ਸਾਹਿਤ ਨੂੰ ਆਪਣੇ ਆਪਣੇ ਢੰਗ ਤੋਂ ਪਰਿਭਾਸ਼ਿਤ ਕੀਤਾ ਹੈ। ਅਸਲ ਦੇ ਵਿੱਚ ਜਦੋਂ ਆਪਾਂ ਪੰਜਾਬੀ ਦੇ ਵਿੱਚ ਵੇਖਦੇ ਹਾਂ ਤਾਂ ਇਹ ਸਾਹਿਤ ਜੋ ਸ਼ਬਦ ਹੈ ਇਹ ਸੰਸਕ੍ਰਿਤ ਦੇ ਸਾਹਿਤਿਅਮ ਦਾ ਪੰਜਾਬੀ ਪਰਿਆਏ ਹੈ ਜਿਸ ਦੇ ਕੋਸ਼ਗਤ ਅਰਥ ਹਨ ਮੇਲ, ਸਾਥ, ਸੰਜੋਗ। ਤੇ ਜਿਹੜੀ ਆਪ ਸੀਸੇ ਦੀ ਗੱਲ ਕਰਦੇ ਹੋ ਤਾਂ ਇਸ ਦੇ ਬਾਰੇ ਮੈਂ ਇੱਕ ਗੱਲ ਇੱਥੇ ਆਪਣਾ ਕਹਿ ਦੇਣੀ ਚਾਹੁੰਦਾ ਹਾਂ। ਪੰਜਾਬੀ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਸੰਤ ਸਿੰਘ ਜੀ ਸੇਖੋਂ, ਉਹਨਾਂ ਨੇ ਦੱਸਿਆ ਕਿ ਸਾਹਿਤ ਜੋ ਹੈ ਇੱਕ ਤਾਂ ਇਹ ਮਨੋਰੰਜਨ ਹੈ, ਦੂਜਾ ਇਹ ਮਨੋਵਿਰੇਚਨ ਵੀ ਹੈ। ਮਤਲਬ ਕਿ ਮਨ ਦੇ ਵਿੱਚ ਜੋ ਸਾਡੇ ਵਾਧੂ ਜਿਹੜਾ ਹੈ ਭਰਿਆ ਪਿਆ ਹੈ ਉਸ ਨੂੰ ਕੱਢਣ ਵਾਸਤੇ ਵਿਰੇਚਨ ਦਾ ਕੰਮ ਕਰਦਾ ਹੈ ਤੇ ਸਾਡੇ ਮਨ ਨੂੰ ਆਨੰਦ ਦੇਣ ਵਾਸਤੇ ਇਹ ਮਨੋਰੰਜਨ ਦਾ ਕੰਮ ਵੀ ਕਰਦਾ ਹੈ। परंतु तीजी जिहड़ी वड्डी गल उन्होंने दसी है कि साहित्य का जिहड़ा मंतव की गल करते हुए आखते हैं कि असली जिहड़ा इहदा मंतव है वो मनोविकास है कि मन का विकास होवे। सो बहुत सारे कवि होए ने, बहुत सारे विचारवान होए ने, उन्होंने साहित्य बारे अलग अलग इसकी परिभाषा दी है। अरबी, फारसी ते उर्दू दे विच शामी ते मुस्लिम जिहड़ा कल्चर है उस तो प्रभावित साहित्य लई अदब शब्द की वरतों की जाती है ਤੇ ਅੰਗਰੇਜ਼ੀ ਦੇ ਵਿੱਚ ਇਸ ਦਾ ਜਿਹੜਾ ਪਰਿਆਏ ਹੈ ਉਹ ਲਿਟਰੇਚਰ ਸ਼ਬਦ ਉਸ ਤੋਂ ਵੀ ਭਾਵ ਹੈ। ਲਿਟਰੇਚਰ ਤੋਂ ਭਾਵ ਹੈ ਕਿ ਲੈਟਰਸ ਦੁਆਰਾ ਕੁਝ ਵਿਚਾਰਾਂ ਨੂੰ ਇਕੱਠੇ ਕਰਨਾ, ਉਹਨਾਂ ਨੂੰ ਬੰਨਣਾ। ਸੋ ਦੁਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਚਾਰਵਾਨ ਹੋਏ ਨੇ ਉਹਨਾਂ ਦੇ ਅਲੱਗ-ਅਲੱਗ ਮਤ ਨੇ ਤੇ ਅਲੱਗ-ਅਲੱਗ ਸਾਹਿਤ ਬਾਰੇ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਰੋਮਨਾਂ ਦਾ ਮਤ ਹੈ ਕਿ ਜੋ ਕੁਝ ਸਾਡੇ ਪੂਰਵਜਾਂ ਨੇ ਲਿਖਿਆ ਹੈ ਉਹ ਸਾਡੇ ਗਿਆਨ ਲਈ ਸਿਰਜਿਆ ਹੈ। ਲਾਤੀਨੀ ਕਵੀ ਮਾਰਸ਼ੀਅਲ ਕਹਿੰਦੇ ਨੇ ਕਿ ਸਾਹਿਤ ਇੱਕ ਅਜਿਹੀ ਪੂੰਜੀ ਹੈ ਕਿ ਲੁਟੇਰੇ ਇਸ ਦਾ ਨਾਸ਼ ਨਹੀਂ ਕਰ ਸਕਦੇ ਤੇ ਸਮੇਂ ਦੇ ਨਾਲ ਇਸ ਦੇ ਵਿੱਚ ਸੁਧਾਈ ਹੋ ਜਾਂਦੀ ਹੈ ਤੇ ਇਹ ਹੀ ਮਨੁੱਖ ਦੇ ਪਾਸ ਇੱਕ ਅਜਿਹੀ ਯਾਦਗਾਰ ਹੈ ਜਿਹੜੀ ਕਿ ਕਦੇ ਵੀ ਖਤਮ ਨਹੀਂ ਹੁੰਦੀ, ਜਿਸ ਦੀ ਕਦੇ ਵੀ ਮੌਤ ਨਹੀਂ ਹੁੰਦੀ। तो सैमुअल जॉनसन ने एक बहुत बड़े विचारवान वो कहते ने
ਕਿ ਸਾਹਿਤ ਬੌਧਿਕ ਪ੍ਰਕਾਸ਼ ਦੀ ਇੱਕ ਅਜਿਹੀ ਕਿਸਮ ਹੈ ਜਿਹੜੀ ਕਿ ਸੂਰਜ ਦੇ ਪ੍ਰਕਾਸ਼ ਵਾਂਗ ਸਾਨੂੰ ਉਹ ਕੁਝ ਵੇਖਣ ਦੇ ਯੋਗ ਬਣਾਉਂਦੀ ਹੈ ਜਿਸ ਨੂੰ ਕਿ ਅਸੀਂ ਆਮ ਤੌਰ ਤੇ ਵੇਖਣਾ ਨਹੀਂ ਚਾਹੁੰਦੇ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਵਿਦਵਾਨਾਂ ਦੇ ਵਿੱਚ ਮੈਕਸਿਮ ਗੋਰਕੀ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਦੁਨੀਆ ਦੇ ਵਿੱਚ ਸਭ ਤੋਂ ਮਹੱਤਵਪੂਰਨ ਕੋਈ ਚੀਜ਼ ਦਾ ਨਾਮ ਹੈ, ਜਿਵੇਂ ਸਾਡੇ ਸਰੀਰ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਾਡਾ ਦਿਲ ਹੈ, ਇਸੇ ਤਰ੍ਹਾਂ ਦੁਨੀਆ ਦੇ ਵਿੱਚ ਸੰਸਾਰ ਦਾ ਜਿਹੜਾ ਦਿਲ ਹੈ ਉਹ ਸਾਹਿਤ ਹੈ। ਐਮਰਸਨ ਬਹੁਤ ਵੱਡੇ ਵਿਚਾਰਵਾਨ ਨੇ, ਉਹ ਆਖਦੇ ਨੇ ਕਿ ਉੱਤਮ ਵਿਚਾਰਾਂ ਦੀ ਜਿਹੜੀ ਲਿਖਤ ਹੈ ਉਹ ਸਾਹਿਤ ਹੈ। ਇਸੇ ਤਰ੍ਹਾਂ ਮੈਥਿਊ ਆਰਨਲਡ ਨੇ, ਉਹ ਕਹਿੰਦੇ ਨੇ ਕਿ ਜੀਵਨ ਦੀ ਜੋ ਵਿਆਖਿਆ ਹੈ ਉਸ ਦਾ ਨਾਮ ਸਾਹਿਤ ਹੈ। ਸੋ ਇਸ ਤਰ੍ਹਾਂ ਇਹ ਜਿਹੜੀ ਸਾਹਿਤ ਦੀ ਵਿਆਖਿਆਵਾਂ ਨੇ ਜਾਂ ਸਾਹਿਤ ਦੀ ਪਰਿਭਾਸ਼ਾਵਾਂ ਨੇ, ਇਹ ਵੱਖੋ ਵੱਖਰੇ ਵਿਚਾਰਵਾਨਾਂ ਨੇ ਅਲੱਗ-ਅਲੱਗ ਆਪਣੇ ਆਪਣੇ ਭਾਵਾਂ ਨਾਲ, ਆਪਣੀ ਆਪਣੀ ਸਮਝ ਦੇ ਨਾਲ ਸਾਡੇ ਸਾਹਮਣੇ ਦੱਸੀ ਹੈ। ਪ੍ਰੋਫੈਸਰ ਵਿਨਚੈਸਟਰ ਇੱਕ ਹੋਏ ਨੇ, ਉਹ ਕਹਿੰਦੇ ਨੇ ਕਿ ਇਹ ਉਹਨਾਂ ਪੁਸਤਕਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਦੀ ਰੌਚਿਕਤਾ ਸਦੀਵੀ ਹੈ ਤੇ ਜਿਨ੍ਹਾਂ ਦੀ ਪ੍ਰੇਰਨਾ ਸਾਰਵਜਨਿਕ ਹੈ। ਸੋ ਸੰਖੇਪ ਦੇ ਵਿੱਚ ਜੇਕਰ ਆਪਾਂ ਨੇ ਇਸ ਬਾਰੇ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਮਨੁੱਖ ਜੋ ਹੈ ਉਹ ਜਿੱਥੇ ਵੀ ਰਹਿੰਦਾ ਹੈ ਆਪਣੀ ਪਰੰਪਰਾ ਦੇ ਨਾਲ ਜੁੜ ਕੇ ਰਹਿੰਦਾ ਹੈ। ਉਸ ਦੇ ਜੋ ਅਨੁਭਵ ਨੇ, ਉਸ ਦੀ ਜੋ ਪਰੰਪਰਾ ਹੈ, ਉਸ ਪਰੰਪਰਾ ਦੇ ਵਿੱਚੋਂ ਨਿਰੰਤਰ ਉਸ ਦੇ ਸੱਭਿਆਚਾਰ ਦਾ ਜਿਹੜਾ ਪ੍ਰਗਟਾਵਾ ਹੈ, ਉਹ ਪ੍ਰਗਟਾਵਾ ਜੋ ਕਰਦਾ ਹੈ, ਉਹ ਜਿਸ ਦੀ ਉਹ ਅਭਿਵਿਅਕਤੀ ਕਰਦਾ ਹੈ, ਉਹ ਉਸ ਦੀ ਅਭਿਵਿਅਕਤੀ ਕਿਤੇ ਸਾਹਿਤ ਦੇ ਰੂਪ ਦੇ ਵਿੱਚ ਹੁੰਦੀ ਹੈ ਜੀ, ਕਿਤੇ ਦਰਸ਼ਨ ਦੇ ਰੂਪ ਦੇ ਵਿੱਚ ਹੁੰਦੀ ਹੈ, ਫਿਲਾਸਫੀ ਦੇ ਰੂਪ ਅਸੀਂ ਇਹ ਦੇਖਦੇ ਹਾਂ ਕਿ ਜਿੰਨੇ ਵੀ ਵਿਦਵਾਨ ਨੇ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਸਾਹਿਤ ਦੇ ਜਿਹੜੇ ਗੁਣ ਨੇ ਉਹਨਾਂ ਦੇ ਅਨੁਸਾਰ ਹੀ ਉਹਨਾਂ ਨੂੰ ਪਰਿਭਾਸ਼ਿਤ ਕੀਤਾ ਹੈ। ਜੀ ਜੀ। ਤੇ ਜੇਕਰ ਅਸੀਂ ਹੁਣ ਸਾਹਿਤ ਦੀ ਗੱਲ ਗੁਰਬਾਣੀ ਦੇ ਨਾਲ ਕਰਨੇ ਹਾਂ ਤੇ ਧਰਮ ਦਾ ਸਾਹਿਤ ਨਾਲ ਕੀ ਸੰਬੰਧ ਆਇਆ ਤਾਂ ਗੁਰਬਾਣੀ ਤੋਂ ਪਹਿਲਾਂ ਜੇਕਰ ਅਸੀਂ ਸਿਰਫ ਧਰਮ ਤੇ ਆਈਏ ਤੇ ਧਰਮ ਨਾਲ ਸਾਹਿਤ ਦਾ ਕੀ ਸੰਬੰਧ ਹੈ? ਬੜਾ ਮਹੱਤਵਪੂਰਨ ਸਵਾਲ ਆਪ ਜੀ ਨੇ ਜਸਪਾਲ ਸਿੰਘ ਜੀ ਪੁੱਛਿਆ ਹੈ ਜੀ। ਸਾਹਿਤ ਦੀ ਪਰਿਭਾਸ਼ਾ ਜਾਣਨ ਤੋਂ ਬਾਅਦ ਆਪਾਂ ਇਸ ਗੱਲ ਵੱਲ ਆਉਂਦੇ ਹਾਂ, ਕਿਉਂਕਿ ਆਪਣਾ ਜਿਹੜਾ ਵਿਸ਼ਾ ਗੁਰਮਤਿ ਦੇ ਨਾਲ ਸੰਬੰਧਿਤ ਹੈ, ਗੁਰਬਾਣੀ ਜੋ ਹੈ ਕਿ ਇਸ ਦਾ ਸਾਹਿਤ ਦੇ ਨਾਲ ਕੀ ਸੰਬੰਧ ਹੈ। ਦੇਖੋ, ਮੋٹے ਰੂਪ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਗੁਰਬਾਣੀ ਨੂੰ ਆਪਾਂ ਸਿਰਫ ਇਸ ਕਰਕੇ ਇੱਕ ਸ਼ਰਧਾ ਦੇ ਤੌਰ ਤੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਮਾਤਮਾ ਦੀ ਪ੍ਰਾਪਤੀ ਲਈ ਜੀਵਨ ਦੇ ਮਨੋਰਥ ਨੂੰ ਜਾਣਨ ਵਾਸਤੇ ਗੁਰਬਾਣੀ ਨੂੰ ਆਪਾਂ ਜਾਣਦੇ ਹਾਂ ਕਿ ਗੁਰਬਾਣੀ ਦਾ ਇਹੋ ਹੀ ਪ੍ਰਯੋਜਨ ਹੈ, ਇਹੋ ਹੀ ਗੁਰਬਾਣੀ ਹੈ। ਪਰੰਤੂ ਗੁਰਬਾਣੀ ਦਾ ਜਿਹੜਾ ਰੂਪ ਹੈ ਉਸ ਦਾ ਸਾਹਿਤ ਦੇ ਨਾਲ ਕੀ ਸੰਬੰਧ ਹੈ ਤੇ ਸਾਹਿਤ ਦਾ ਅੱਗੇ ਧਰਮ ਦੇ ਨਾਲ ਕੀ ਸੰਬੰਧ ਹੈ। ਦੇਖੋ, ਸਾਹਿਤ ਦੀ ਆਪਾਂ ਨੇ ਗੱਲ ਕੀਤੀ ਹੈ ਕਿ ਮਨੁੱਖ ਨੇ ਆਪਣੇ ਸਭੇ ਦੇ ਪ੍ਰਗਟਾਵੇ ਲਈ ਜਦੋਂ ਸੁੰਦਰ ਸ਼ਬਦਾਂ ਦੀ ਚੋਣ ਕੀਤੀ, ਉਹਨਾਂ ਸ਼ਬਦਾਂ ਨੂੰ ਲਿਪੀਬੱਧ ਕੀਤਾ ਜਾਂ ਉਹਨਾਂ ਸ਼ਬਦਾਂ ਨੂੰ ਬੋਲ ਕੇ ਦੱਸ ਕੇ ਇੱਕ ਪਰੰਪਰਾ ਚਲਾਈ, ਉੱਥੋਂ ਸਾਹਿਤ ਦਾ ਜਿਹੜਾ ਹੈ ਉਹ ਆਰੰਭ ਹੋ ਜਾਂਦਾ ਹੈ। ਤੇ ਸਾਹਿਤ ਦਾ ਮਤਲਬ ਹੀ ਇਹ ਹੈ ਕਿ ਸ਼ੁਭ ਗੱਲਾਂ, ਚੰਗੀਆਂ ਗੱਲਾਂ, ਨੈਤਿਕਤਾ ਵਾਲੀਆਂ ਗੱਲਾਂ ਜਿਹੜੀਆਂ ਕਿ ਸਮਾਜ ਨੂੰ, ਬੰਦੇ ਨੂੰ ਚੰਗਾ ਬਣਨ ਦੀ ਪ੍ਰੇਰਨਾ ਦਿੰਦੀਆਂ ਨੇ, ਜਾਂ ਫਿਰ ਮਨੁੱਖ ਨੂੰ ਉਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਤਿਆਰ ਕਰਨ ਵਾਲਾ ਇੱਕ ਅਜਿਹਾ ਸਾਹਿਤ ਹੈ, ਇੱਕ ਅਜਿਹਾ ਵਰਤਾਰਾ ਹੈ, ਉਹ ਸਵਾਲ ਜਿਨ੍ਹਾਂ ਦੇ ਜਵਾਬ ਆਮ ਮਨੁੱਖ ਦੇ ਪਾਸ ਨਹੀਂ ਹੁੰਦੇ। ਸੋ ਦੋ ਰੂਪਾਂ ਦੇ ਵਿੱਚ ਜਿਹੜਾ ਸਾਹਿਤ ਹੈ ਉਹ ਸਾਡੇ ਸਾਹਮਣੇ ਆਉਂਦਾ ਹੈ। ਜਿਹੜੇ ਭਾਵ ਨੇ ਉਹ ਦੋ ਰੂਪਾਂ ਦੇ ਵਿੱਚ ਪ੍ਰਗਟ ਕਰਦਾ ਹੈ। ਮਨੁੱਖ ਦੇ ਅੰਦਰ ਇੱਕ ਬੁੱਧੀ ਹੈ ਤੇ ਇੱਕ ਉਹਦਾ ਦਿਮਾਗ ਹੈ। ਤੋ ਕਿਤੇ ਉਹ ਬੁੱਧੀ ਨਾਲ ਗੱਲ ਕਰਦਾ, ਕਿਤੇ ਉਹ ਦਿਮਾਗ ਨਾਲ ਗੱਲ ਕਰਦਾ। ਸੋ ਕਵਿਤਾ ਤੇ ਵਾਰਤਕ ਇਹ ਸਾਹਿਤ ਦੇ ਦੋ ਰੂਪ ਨੇ ਜਿਹੜੇ ਕਿ ਆਰੰਭ ਤੋਂ ਚੱਲਦੇ ਆ ਰਹੇ ਨੇ, ਤੇ ਇਹਨਾਂ ਦੋਨਾਂ ਨੂੰ ਅੰਗਰੇਜ਼ੀ ਦੇ ਵਿੱਚ ਕਵਿਤਾ ਨੂੰ ਪੋਇਟਰੀ ਆਪਾਂ ਆਖਦੇ ਹਾਂ ਤੇ ਵਾਰਤਕ ਨੂੰ ਪ੍ਰੋਜ਼ ਕਹਿ ਦਿੰਦੇ ਹਾਂ। ਅਰਬੀ ਦੇ ਵਿੱਚ ਇਸੇ ਤਰ੍ਹਾਂ ਇਸ ਨੂੰ ਨਜ਼ਮ ਤੇ ਨਸਰ ਦੇ ਤੌਰ ਤੇ ਜਾਣਦੇ ਹਾਂ, ਤਾਂ ਆਪਾਂ ਇਸ ਨੂੰ ਪਦਿਆ ਤੇ ਗੱਦਿਆ ਦੇ ਰੂਪ ਦੇ ਵਿੱਚ ਵੀ ਜਾਣਦੇ ਹਾਂ। ਤਾਂ ਦੁਨੀਆ ਦਾ ਇੱਥੇ ਇਹ ਗੱਲ ਵਿਚਾਰਨਯੋਗ ਹੈ ਕਿ ਦੁਨੀਆ ਦਾ ਜਿਤਨਾ ਵੀ ਪੁਰਾਣਾ ਸਾਹਿਤ ਹੈ ਉਹ ਲਗਭਗ ਸਾਨੂੰ ਕਾਵਿ ਦੇ ਵਿੱਚ ਮਿਲਦਾ ਹੈ, ਪਦ ਦੇ ਵਿੱਚ ਮਿਲਦਾ ਹੈ, ਨਜ਼ਮ ਦੇ ਵਿੱਚ ਮਿਲਦਾ ਹੈ, ਛੰਦ ਦੇ ਵਿੱਚ ਮਿਲਦਾ ਹੈ, ਪੋਇਟਰੀ ਦੇ ਵਿੱਚ ਮਿਲਦਾ ਹੈ। ਸੋ ਦੁਨੀਆ ਦਾ ਜਿਹੜਾ ਪੁਰਾਣਾ ਸਾਹਿਤ ਹੈ ਉਹਦੇ ਵਿੱਚੋਂ ਜਿੱਥੇ ਸਾਨੂੰ ਸਾਹਿਤਿਕ ਅੰਸ਼ ਮਿਲਦਾ ਹੈ, ਉਸ ਨੂੰ ਸਾਹਿਤ ਬਣਨ ਵਾਲਾ ਜਿਹੜਾ ਇੱਕ ਅੰਸ਼ ਉਸ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਉਸ ਦੇ ਨਾਲ ਹੀ ਉਸ ਦਾ ਜਿਹੜਾ ਵਿਸ਼ਾ ਵਸਤੂ ਹੈ ਉਹ ਜ਼ਿਆਦਾਤਰ ਧਰਮ ਦੇ ਨਾਲ ਜੁੜਿਆ ਹੋਇਆ ਹੈ। ਤੇ ਜੇਕਰ ਆਪਾਂ
ਭਾਰਤੀ ਪਰੰਪਰਾ ਦੀ ਹੀ ਗੱਲ ਕਰੀਏ, ਕਿਉਂਕਿ ਆਪਾਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ ਕਿ ਗੁਰਬਾਣੀ ਦਾ ਕਾਵਿ ਦੇ ਨਾਲ, ਸਾਹਿਤ ਦੇ ਨਾਲ ਕੀ ਸੰਬੰਧ ਹੈ, ਧਰਮ ਦੇ ਨਾਲ ਕੀ ਸੰਬੰਧ ਹੈ। ਗੁਰਬਾਣੀ ਤੋਂ ਪਹਿਲਾਂ ਵੀ ਜਿਹੜੀ ਸਾਡੀ ਪਰੰਪਰਾ ਹੈ ਭਾਰਤ ਦੇ ਵਿੱਚ, ਤਾਂ ਉਹ ਸਾਰਾ ਜਿਹੜਾ ਸਾਹਿਤ ਸਾਨੂੰ ਮਿਲਦਾ ਹੈ ਉਹ ਲਗਭਗ ਪਦ ਦੇ ਵਿੱਚ ਮਿਲਦਾ ਹੈ, ਕਾਵਿ ਦੇ ਵਿੱਚ ਮਿਲਦਾ ਹੈ। ਤੇ ਵੱਡੀ ਗੱਲ ਇਹ ਹੈ ਕਿ ਉਹ ਜਿਹੜਾ ਕਾਵਿ ਹੈ ਆਪਾਂ ਉਸ ਨੂੰ ਵੈਦਿਕ ਕਾਵਿ ਦੇ ਰੂਪ ਦੇ ਵਿੱਚ ਜਾਣਦੇ ਹਾਂ, ਮਹਾਕਾਵਿ ਦੇ ਰੂਪ ਦੇ ਵਿੱਚ ਜਾਣਦੇ ਹਾਂ, ਜਿਵੇਂ ਕਿ ਮਹਾਭਾਰਤ ਹੈ, ਰਾਮਾਇਣ ਗੀਤਾ ਹੈ, ਦੇ ਸ਼ਲੋਕ ਨੇ, ਹੋਰ ਸਭ ਗੀਤਾ ਦੇ ਸ਼ਲੋਕ ਨੇ, ਪੁਰਾਣਿਕ ਕਾਵਿ ਹੈ, ਜੀ। ਬੁੱਧ ਅਤੇ ਜੈਨ ਕਾਵਿ ਹੈ, ਸਿੱਧ ਅਤੇ ਨਾਥ ਕਾਵਿ ਹੈ। ਇਸੇ ਤਰ੍ਹਾਂ ਵੈਸ਼ਨਵ ਤੇ ਭਗਤੀ ਦੇ ਜਿਹੜੇ ਆਪਣਾ ਭਗਤੀ ਲਹਿਰ ਦੇ ਸੰਤ ਪੁਰਸ਼ ਹੋਏ ਨੇ, ਉਹਨਾਂ ਦਾ ਕਾਵਿ ਹੈ। ਯਾਨੀ ਜਿਨ੍ਹਾਂ ਨੇ ਵੀ ਸਾਹਿਤ ਦੀ ਰਚਨਾ ਕੀਤੀ ਪੁਰਾਤਨ ਸਮੇਂ ਵਿੱਚ, ਉਹਨਾਂ ਨੇ ਬੇਸਿਕ ਤੌਰ ਤੇ ਅਸੀਂ ਜੇਕਰ ਗੱਲ ਕਰੀਏ ਤੇ ਕਾਵਿ ਨੂੰ ਹੀ ਇੱਕ ਆਪਣਾ ਜ਼ਰੀਆ ਅਪਣਾਇਆ ਗਿਆ। ਇਸੇ ਕਾਰਨ ਗੁਰਬਾਣੀ ਨੂੰ ਵੀ ਕਾਵਿ ਰੂਪ ਵਿੱਚ ਹੀ ਰਚਿਆ ਗਿਆ। ਜੀ ਜੀ ਜੀ, ਇਸੇ ਤਰ੍ਹਾਂ ਗੁਰਬਾਣੀ ਤੋਂ ਪਹਿਲਾਂ ਇੱਕ ਸਾਡਾ ਲੋਕ ਕਾਵਿ ਹੈ ਜਿਹੜਾ ਕਿ ਸਾਨੂੰ ਲੋਕ ਗੀਤਾਂ ਦੇ ਰੂਪ ਦੇ ਵਿੱਚ ਮਿਲਦਾ ਹੈ, ਤੇ ਇਸੇ ਲੜੀ ਦੇ ਵਿੱਚ ਗੁਰਮਤਿ ਕਾਵਿ ਹੈ। ਗੁਰਮਤਿ ਕਾਵਿ ਉਹ ਕਾਵਿ ਹੈ ਜਿਹੜੀ ਕਿ ਇਲਾਹੀ ਬਾਣੀ ਸਤਿਗੁਰਾਂ ਦੇ ਮੁਖਾਰ ਵਿੰਦ ਤੋਂ ਆਈ ਹੈ। ਉਹ ਜਿਹੜਾ ਸਮੁੱਚਾ ਕਾਵਿ ਹੈ ਉਸ ਨੂੰ ਜਾਂ ਗੁਰੂ ਕਾਵਿ ਕਹਿ ਦਿੰਦੇ ਆ, ਜਾਂ ਆਪਾਂ ਗੁਰਬਾਣੀ ਨਾਮ ਦੇ ਨਾਲ ਜਾਣਦੇ ਹਾਂ। ਸੋ ਇਹ ਜਿਹੜਾ ਸਮੁੱਚਾ ਕਾਵਿ ਹੈ ਜਿਸ ਦੀ ਆਪਾਂ ਨੇ ਹੁਣ ਗੱਲ ਕੀਤੀ ਹੈ, ਚਾਹੇ ਵੈਦਿਕ ਹੈ, ਚਾਹੇ ਸਿੱਧ ਨਾਥਾਂ ਦਾ ਹੈ, ਚਾਹੇ ਬੁੱਧ ਮਤ ਦੇ ਨਾਲ ਸੰਬੰਧਿਤ ਹੈ, ਚਾਹੇ ਨਾਥਾਂ ਜੋਗੀਆਂ ਤੋਂ ਇਲਾਵਾ ਹੋਰ ਜਿਹੜੇ ਆਪਣਾ ਵੈਸ਼ਨਵ ਭਗਤੀ ਦੇ ਵੈਸ਼ਨਵ ਲਹਿਰ ਦੇ ਜਿਹੜੇ ਸੰਤ ਪੁਰਸ਼ ਹੋਏ ਨੇ, ਇਹ ਸਾਰਾ ਜਿਹੜਾ ਕਾਵਿ ਇਸ ਦਾ ਧਰਮ ਦੇ ਨਾਲ ਸੰਬੰਧ ਹੈ। ਕਿਉਂਕਿ ਇਸ ਦੇ ਵਿੱਚ ਜਿਹੜਾ ਕੇਂਦਰੀ ਵਿਸ਼ਾ ਹੈ ਉਹ ਪ੍ਰਮਾਤਮਾ ਹੈ, ਮਨੁੱਖੀ ਆਤਮਾ ਹੈ। ਮਨੁੱਖੀ ਆਤਮਾ ਦਾ ਜਿਹੜਾ ਪ੍ਰਮਾਤਮਾ ਨਾਲ ਮਿਲਾਪ ਹੈ ਉਹ ਕਿਵੇਂ ਹੋਣਾ ਹੈ, ਇਹ ਵਿਸ਼ੇ ਵਸਤੂ ਪੱਖੋਂ ਇਹ ਜਿਹੜਾ ਸਾਰਾ ਸਾਹਿਤ ਹੈ ਉਸ ਤਰ੍ਹਾਂ ਇਹ ਸਾਡੇ ਸਾਹਮਣੇ ਆਉਂਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੁਰਬਾਣੀ ਦਾ ਵੀ ਇਸੇ ਤਰ੍ਹਾਂ ਸਾਹਿਤ ਦੇ ਨਾਲ ਸੰਬੰਧ ਹੈ ਜਿਵੇਂ ਕਿ ਪਹਿਲਾਂ ਸਾਡੀ ਪਰੰਪਰਾ ਚੱਲਦੀ ਆ ਰਹੀ ਹੈ। ਤੇ ਜੇਕਰ ਅਸੀਂ ਗੁਰਬਾਣੀ ਵਿੱਚ, ਤੁਸੀਂ ਕਿਹਾ ਕਿ ਪੂਰੇ ਗੁਰਬਾਣੀ ਨੂੰ ਕਾਵਿ ਰੂਪ ਵਿੱਚ ਰਚਿਆ ਗਿਆ ਹੈ, ਤੇ ਕਿਹੜੇ ਕਾਵਿ ਰੂਪ ਗੁਰਬਾਣੀ ਵਿੱਚ ਯੂਜ਼ ਕੀਤੇ ਗਏ ਨੇ, ਇਸਤੇਮਾਲ ਕੀਤੇ ਗਏ ਨੇ, ਜਿਨ੍ਹਾਂ ਦੀ ਅਸੀਂ ਵਰਤੋਂ ਗੁਰਬਾਣੀ ਵਿੱਚ ਦੇਖਦੇ ਹਾਂ? ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਇਲਾਹੀ ਬਾਣੀ ਦੇ ਵਿੱਚ ਸੰਦੇਸ਼ ਜੋ ਹੈ ਉਹ ਲੋਕਾਈ ਤੱਕ ਸੰਚਾਰਿਤ ਕੀਤਾ ਹੈ, ਉਸ ਨੂੰ ਸੰਚਾਰ ਕਰਨ ਵਾਸਤੇ, ਲੋਕਾਂ ਦੇ ਨਾਲ ਉਸ ਸੰਦੇਸ਼ ਨੂੰ ਆਪਣਾ ਸਾਂਝਾ ਕਰਨ ਵਾਸਤੇ, ਲੋਕਾਂ ਤੱਕ ਪਹੁੰਚਾਉਣ ਵਾਸਤੇ ਕਈ ਜਿਹੜੇ ਸੰਚਾਰ ਸਾਧਨ ਵਰਤੇ ਨੇ। ਉਹਨਾਂ ਦੇ ਵਿੱਚ ਇੱਕ ਸਾਧਨ ਇਹ ਵੀ ਹੈ ਕਿ ਗੁਰੂ ਸਾਹਿਬ ਨੇ ਲੋਕ ਕਾਵਿ ਰੂਪਾਂ ਦੀ ਵਰਤੋਂ ਕੀਤੀ ਆਪਣੀ ਗੱਲ ਨੂੰ ਅੱਗੇ ਪਹੁੰਚਾਉਣ ਵਾਸਤੇ। ਜਿਵੇਂ ਕਿ ਇਸ ਤੋਂ ਇਲਾਵਾ ਹੋਰ ਜਿਹੜੇ ਸਾਧਨ ਨੇ, ਗੁਰੂ ਜੀ ਨੇ ਸ਼ਾਸਤਰੀ ਸੰਗੀਤ ਦੀ ਵਰਤੋਂ ਕੀਤੀ ਹੈ। ਭਾਰਤੀ ਪਰੰਪਰਾ ਦੇ ਵਿੱਚੋਂ ਜਿਹੜੇ ਸ਼ਾਸਤਰੀ ਸੰਗੀਤ ਦੇ ਰਾਗ ਨੇ ਉਹ ਲਏ ਨੇ, ਉਹਨਾਂ ਦੇ ਦੁਆਰਾ ਆਪਣੀ ਗੱਲ ਕਹੀ ਹੈ। ਲੋਕ ਸੰਗੀਤ ਦੀ ਵਰਤੋਂ ਕੀਤੀ ਹੈ। ਤੇ ਇਸੇ ਤਰ੍ਹਾਂ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਜਿਹੜਾ ਰੂਹਾਨੀ ਸੰਦੇਸ਼ ਗੁਰੂ ਜੀ ਲੈ ਕੇ ਆਏ ਨੇ ਉਸ ਨੂੰ ਲੋਕਾਈ ਤੱਕ ਪਹੁੰਚਾਉਣ ਵਾਸਤੇ ਲੋਕ ਕਾਵਿ ਵੀ ਗੁਰੂ ਜੀ ਨੇ ਵਰਤੋਂ ਵਿੱਚ ਲਿਆਂਦੇ ਨੇ, ਉਹਨਾਂ ਦਾ ਪ੍ਰਯੋਗ ਕੀਤਾ ਹੈ। ਸੋ ਬਹੁਤ ਸਾਰੇ ਗੁਰਬਾਣੀ ਦੇ ਵਿੱਚ ਲੋਕ ਕਾਵਿ ਰੂਪ ਲਗਭਗ 32-33 ਦੇ ਕਰੀਬ ਜਿਹੜੇ ਲੋਕ ਕਾਵਿ ਰੂਪ ਸਾਨੂੰ ਵੱਖਰੇ ਵੱਖਰੇ ਸਿਰਲੇਖਾਂ ਦੇ ਅਧੀਨ ਮਿਲਦੇ ਨੇ। ਸੋ ਇਹ ਉਹ ਲੋਕ ਕਾਵਿ ਰੂਪ ਨੇ ਜਿਹੜੇ ਕਿ ਗੁਰਬਾਣੀ ਦੀ ਰਚਨਾ ਤੋਂ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਤੋਂ ਪਹਿਲਾਂ ਆਮ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਮਿਲਦੇ ਨੇ।